गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी कमोलक लिखत भाई बुद्धू शाह अड्डण शाही जी दे जीवन समाचार दा अगला हिस्सा आओ प्यार नाल सरवण करन दी कोशिश करिए जी। अगला है चोरां दी चोरी छुड़ाई। एक वेर दी गल है कि सर्दियां दे दिन सन, रात दे 2 वजे होणगे। डेरे दे साध अपनियां अपनियां कोठड़ियां विच सुते पए सन ते भाई बुद्धू साहब जी भी लेटे होए सन, पर उंज आप जागदे सन कि बर्तनां दा खड़कार आया। आपने उठ के वेख्या, 3-4 आदमी नजरी पए। ਇਹ ਡੇਰੇ ਦਾ ਚੰਗਾ ਚੰਗਾ ਸਾਮਾਨ ਤੇ ਭਾਂਡੇ ਇਕੱਠੇ ਕਰ ਰਹੇ ਸੇ। ਸੰਤ ਸਾਹਿਬ ਫਿਰ ਮੰਜੇ ਤੇ ਲੇਟ ਗਏ ਤੇ ਦਿਲ ਵਿੱਚ ਸੋਚਣ ਲੱਗੇ ਕਿ ਜੇ ਅਸੀਂ ਜਾਂਦੇ ਹਾਂ ਤਾਂ ਚੋਰ ਨੱਠ ਜਾਣਗੇ, ਜੇ ਦੁਹਾਈਆਂ ਪਾਉਂਦੇ ਹਾਂ ਤਾਂ ਇਹ ਫੜੇ ਜਾਣਗੇ। ਹੋ ਸਕਦਾ ਹੈ ਕਿ ਇਹ ਗਰੀਬ ਹੋਣ, ਘਰ ਦਾ ਨਿਰਬਾਹ ਨਾ ਤੁਰਦਾ ਹੋਵੇ, ਜਾਂ ਕੋਈ ਖਾਸ ਔਕੜ ਵਿੱਚ ਫਸ ਕੇ ਇੱਥੋਂ ਲੋੜ ਪੂਰੀ ਕਰਨ ਆਏ ਹੋਣ। ਜੇ ਇਸ ਡੇਰੇ ਦਾ ਸਾਮਾਨ ਲਿਜਾ ਕੇ ਇਹਨਾਂ ਦੀ ਮੁਸ਼ਕਲ ਹੱਲ ਹੁੰਦੀ ਹੈ ਤਾਂ ਸਾਮਾਨ ਲੈ ਜਾਣ, ਗੁਰੂ ਦਾਤਾ ਹੈ, ਡੇਰੇ ਨੂੰ ਹੋਰ ਦੇਵੇਗਾ। ਇਹ ਸੋਚ ਕੇ ਆਪ ਚੁੱਪ ਕਰਕੇ ਲੇਟੇ ਰਹੇ। ਚੋਰਾਂ ਨੇ ਸਾਮਾਨ ਬੰਨ ਲਿਆ ਤੇ ਲੈ ਕੇ ਤੁਰ ਗਏ। ਚੋਰ ਸ਼ਹਿਰ ਤੋਂ ਬਾਹਰ ਨਿਕਲੇ ਹੀ ਹੋਣਗੇ ਕਿ ਭਾਈ ਬੁੱਧੂ ਸਾਹਿਬ ਜੀ ਨੂੰ ਵਿਚਾਰ ਫੁਰੀ ਕਿ ਲੋੜਵੰਦ ਆਏ ਤੇ ਸਾਮਾਨ ਲੈ ਕੇ ਤੁਰ ਗਏ, ਪਰ ਇਹਦੇ ਨਾਲ ਇਹਨਾਂ ਦਾ ਕਿੰਨਾ ਕੁ ਚਿਰ ਨਿਰਬਾਹ ਹੋਵੇਗਾ। ਮਹੀਨਾ, 2 ਮਹੀਨੇ, 4 ਮਹੀਨੇ, ਹੱਦ 6 ਮਹੀਨੇ ਇਹ ਇੱਥੋਂ ਦੇ ਗਿੱਜੇ ਕਿਤੇ ਹੋਰ ਚੋਰੀ ਕਰਨਗੇ। ਹੋ ਸਕਦਾ ਹੈ ਕਿ ਉੱਥੇ ਫੜੇ ਜਾਣ ਤੇ ਸਜ਼ਾਵਾਂ ਪਾ ਕੇ ਕਾਰਾਗ੍ਰਹਿ ਚਲੇ ਜਾਣ। ਇਹ ਵੀ ਹੋ ਸਕਦਾ ਹੈ ਕਿ ਫੜੇ ਜਾਣ ਵੇਲੇ ਆਮੋ ਸਾਹਮਣੇ ਲੜਾਈ ਹੋ ਪਏ ਤੇ ਇਹ ਜਾਂ ਦੂਜੀ ਧਿਰ ਵਿੱਚੋਂ ਕਿਸੇ ਦੀ ਜਾਨ ਹੀ ਜਾਂਦੀ ਰਹੇ, ਜਾਂ ਕੋਈ ਫੱਟੜ ਹੋ ਜਾਏ, ਤਾਂ ਇਹ ਬੜਾ ਮਾੜਾ ਕੰਮ ਹੋਵੇਗਾ। ਇਹਨਾਂ ਨੇ ਆਪਣੇ ਵਾਸਤੇ ਇਹ ਬੁਰਾ ਕੰਮ ਲੱਭਾ ਹੈ। ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਗੁਰੂ ਬਾਬੇ ਨੇ ਬੜੇ ਬੜੇ ਠੱਗਾਂ ਨੂੰ ਤਾਰਿਆ ਤੇ ਉਹਨਾਂ ਤੋਂ ਬੁਰਾਈਆਂ ਛੁਡਾਈਆਂ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਧੀ ਚੰਦ ਤੋਂ ਚੋਰੀ ਛੁਡਵਾਈ ਸੀ ਤੇ ਉਸ ਨੂੰ ਆਪਣਾ ਸਿੱਖ ਬਣਾਇਆ ਸੀ। ਇਹ 4 ਆਦਮੀ ਗੁਰੂ ਦੇ ਘਰ ਆ ਕੇ ਜਿਹੇ ਬੁਰੇ ਸਨ, ਉਹ ਜਿਹੇ ਹੀ ਬੁਰੇ ਚਲੇ ਗਏ। ਇਹ ਤਾਂ ਗੱਲ ਚੰਗੀ ਨਾ ਹੋਈ। ਇਸ ਘਰ ਵਿੱਚ ਆ ਕੇ ਉਹਨਾਂ ਦੀ ਬੁਰਾਈ ਦਾ ਸੁਭਾਅ ਨਹੀਂ ਰਹਿਣਾ ਚਾਹੀਦਾ ਸੀ। ਭਾਈ ਬੁੱਧੂ ਜੀ ਖੜੇ ਹਨ, ਹੱਥ ਜੁੜੇ ਹੋਏ ਹਨ, ਅੱਖਾਂ ਵਿੱਚੋਂ ਫਰਨ ਫਰਨ ਸੁੱਚੇ ਮੋਤੀਆਂ ਵਰਗੇ ਹੰਝੂ ਤਰਪ ਤਰਪ ਡਿੱਗ ਰਹੇ ਹਨ। ਅੰਦਰੋਂ ਲਿਵ ਸਤਿਗੁਰਾਂ ਦੇ ਚਰਨਾਂ ਨਾਲ ਲੱਗ ਰਹੀ ਹੈ ਤੇ ਬੇਹਬਲ ਅਵਸਥਾ ਵਿੱਚ ਹੋ ਅਰਦਾਸ ਕਰ ਰਹੇ ਹਨ। ਹੇ ਸੱਚੇ ਪਾਤਸ਼ਾਹ, ਚੋਰ ਆਏ ਸਨ, ਚੋਰ ਹੀ ਬਣੇ ਚਲੇ ਗਏ ਹਨ। ਆਪ ਦੀ ਛੋਹ ਤੋਂ ਰੀਠੇ ਮੀਠੇ ਹੋ ਗਏ। ਆਪ ਦੀ ਨਜ਼ਰ ਪੈਣ ਨਾਲ ਅੱਕ ਦੀਆਂ ਖਖੜੀਆਂ ਨੇ ਵੀ ਕੁੜੱਤਣ ਛੱਡ ਦਿੱਤੀ। ਆਪ ਦੇ ਵੱਲ ਆਏ ਸਖਤ ਪੱਥਰ ਮੋਮ ਵਾਂਗ ਨਰਮ ਹੋ ਗਏ। ਇਹ ਚੋਰ ਆਪ ਦੇ ਦੁਆਰੇ ਆਏ ਤੇ ਚੋਰ ਹੀ ਬਣੇ ਚਲੇ ਗਏ। ਸੱਚੇ ਪਾਤਸ਼ਾਹ, ਤੇਰਾ ਨਾਮ ਪਤਿਤ ਪਾਵਨ ਹੈ। ਆਪਣਾ ਬਿਰਧ ਸੰਭਾਲੋ। ਇਹ ਬੁਰੇ ਹਨ, ਗੰਦੇ ਹਨ ਤੇ ਮੰਦੇ ਹਨ, ਪੀ ਤੇਰੇ ਹਨ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੋਹੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਬਖਸ਼ ਲਓ, ਇਹਨਾਂ ਦੀ ਮੰਦੀ ਵਾਦੀ ਛੁਡਾਓ ਤੇ ਆਪਣੀ ਸ਼ਰਨੀ ਲਾਓ। ਉਧਰ ਚੋਰਾਂ ਦੀ ਸੁਣੋ। ਜਿਸ ਵੇਲੇ ਆਪਣੇ ਨਗਰ ਦੇ ਲਾਗੇ ਪੁੱਜੇ, ਪਉ ਫੁਟਾਲਾ ਹੋ ਗਿਆ। ਜਗਤ ਤੇ ਹਨੇਰਾ ਕੱਟਣ ਤੇ ਉਜਾਲਾ ਵਧਣ ਲੱਗਾ, ਪਰ ਚੋਰਾਂ ਦੀ ਅੱਖਾਂ ਦੀ ਜਿਉਤੀ ਜਾਂਦੀ ਰਹੀ। ਅੱਖਾਂ ਜਿਉਂ ਦੀਆਂ ਤਿਉਂ ਹਨ, ਡੇਲੇ ਹਨ, ਵਿੱਚ ਕਾਲੀ ਧੀਰੀ ਹੈ, ਪਰ ਦਿਸਦਾ ਕੁਝ ਨਹੀਂ। ਹਾਲਤ ਇਸ ਤਰ੍ਹਾਂ ਦੀ ਬਣ ਗਈ ਕਿ ਜੇ ਪਿੱਛੇ ਵੇਖਣ ਤਾਂ ਦਿਸਣ ਲੱਗ ਪਵੇ ਤੇ ਜੇ ਆਪਣੇ ਨਗਰ ਵੱਲ ਮੂੰਹ ਕਰਨ ਤਾਂ ਕੁਝ ਨਜ਼ਰੀ ਨਾ ਪਵੇ। ਕੁਛ ਚਿਰ ਇਸ ਜੱਕੋ ਤੱਕੀ ਵਿੱਚ ਰਹੇ। ਉਹਨਾਂ ਵਿੱਚ ਇੱਕ ਨੇ ਕਿਹਾ, ਯਾਰੋ ਕੀ ਪੇ ਕਰਦੇ ਹੋ? ਬਾਬੇ ਨਾਨਕ ਦੇ ਘਰ ਅਸਾਂ ਚੋਰੀ ਕੀਤੀ ਹੈ, ਜਿਸ ਦਾ ਫਲ ਇਹ ਹੋ ਰਿਹਾ ਹੈ ਕਿ ਸਾਡੀਆਂ ਅੱਖਾਂ ਜਾ ਰਹੀਆਂ ਹਨ।
ਚਲੋ ਉਹਨਾਂ ਦੇ ਦਰ ਤੇ ਡਿੱਗੀਏ, ਨਹੀਂ ਤਾਂ ਅੱਖਾਂ ਤੋਂ ਵੀ ਅੰਨੇ ਹੋ ਜਾਵਾਂਗੇ ਤੇ ਖਬਰੇ ਹੋਰ ਕੀ ਵਾਪਰੇਗਾ। ਇਹ ਗੱਲ ਬਾਕੀਆਂ ਦੇ ਵੀ ਦਿਲ ਲੱਗੀ। ਚੋਰੀ ਦੇ ਮਾਲ ਦੀਆਂ ਸਿਰ ਤੇ ਪੰਡਾ ਚੁੱਕੀਆਂ ਤੇ ਭਾਈ ਬੁੱਧੂ ਸਾਹਿਬ ਜੀ ਦੇ ਡੇਰੇ ਆਏ। ਸਾਮਾਨ ਰੱਖ ਦਿੱਤਾ ਤੇ ਭਾਈ ਸਾਹਿਬ ਦੇ ਚਰਨ ਫੜ ਲਏ। ਲੱਗੇ ਰੁਦਨ ਕਰਨ ਤੇ ਨੇਤਰਾਂ ਦੇ ਜਲ ਨਾਲ ਚਰਨ ਧੋਣ। ਚੋਰਾਂ ਦੀ ਇਹ ਦਸ਼ਾ ਵੇਖ ਭਾਈ ਸਾਹਿਬ ਦਾ ਵੀ ਰੁਦਨ ਜਾਰੀ ਹੋ ਗਿਆ। ਲੱਗੇ ਬਾਬੇ ਦੀਆਂ ਵਡਿਆਈਆਂ ਕਰਨ। ਅੰਤ ਸੰਤ ਜੀ ਨੇ ਚੋਰਾਂ ਨੂੰ ਦਿਲਾਸਾ ਦਿੱਤਾ। ਉਹਨਾਂ ਦੇ ਕਰਮ ਦੇ ਫਲ ਉਹਨਾਂ ਨੂੰ ਦੱਸੇ ਤੇ ਕਿਹਾ ਕਿ ਇਹ ਮਾਲ ਤੁਹਾਡਾ ਹੈ, ਸਭ ਲੈ ਜਾਓ। ਪਰ ਮਾਲ ਲੈ ਗਏ ਤੇ ਸੁਭਾਅ ਉਹ ਰਿਹਾ ਤਾਂ ਕਿਤੇ ਹੋਰ ਥਾਂ ਫਸੋਗੇ। ਸੁਭਾਅ ਬਦਲੋ। ਰੱਬ ਦਾਤਾ ਹੈ, ਸਭ ਨੂੰ ਪਾਲਦਾ ਹੈ, ਤੁਸਾਂ ਨੂੰ ਵੀ ਪਾਲੇਗਾ। ਚੋਰ ਇਹ ਪਿਆਰ ਤੇ ਦਇਆ ਵੇਖ ਕੇ ਡੇਰੇ ਹੀ ਟਿਕ ਗਏ। ਕੁਛ ਦਿਨ ਭਾਈ ਸਾਹਿਬ ਜੀ ਦੇ ਪਾਸ ਰਹੇ ਤੇ ਆਪ ਦੀ ਸੰਗਤ ਨਾਲ ਜੀਵਨ ਪਲਟ ਗਿਆ ਤੇ ਲੱਗੇ ਧਰਮ ਦੀ ਕਿਰਤ ਵਿਰਤ ਕਰਕੇ ਨਿਰਵਾਹ ਕਰਨ। ਅਗਲਾ ਹੈ ਸ਼ੇਰੇ ਪੰਜਾਬ ਦਾ ਦਰਸ਼ਨ ਹੇਤਾਵਣਾ। ਸ਼ੇਰੇ ਪੰਜਾਬ ਮੁਲਤਾਨ, ਸ਼ਾਹਪੁਰ ਆਦਿਕ ਇਲਾਕਿਆਂ ਵਿੱਚ ਮੱਲਾਂ ਮਾਰ ਰਹੇ ਸਨ। ਇਹਨਾਂ ਦਿਨਾਂ ਵਿੱਚ ਹੀ ਭੇਰੇ ਦੇ ਇਲਾਕੇ ਪੁੱਜਣ ਦਾ ਵੀ ਅਵਸਰ ਬਣ ਗਿਆ। ਭਾਈ ਬੁੱਧੂ ਸਾਹਿਬ ਜੀ ਦੀ ਕੀਰਤੀ ਆਪਨੇ ਸੁਣੀ ਹੋਈ ਸੀ। ਦਰਸ਼ਨਾਂ ਲਈ ਉਚੇਚੇ ਡੇਰੇ ਵੱਲ ਗਏ। ਆਪਣੇ ਮਹਾਰਾਜ ਦੇ ਆਉਣ ਦੀ ਖਬਰ ਸੁਣ ਕੇ ਭੇਰੇ ਵਿੱਚ ਸਫਾਈ ਹੋਣ ਲੱਗ ਪਈ। ਗਲੀਆਂ ਤੇ ਬਾਜ਼ਾਰ ਸੁਥਰੇ ਹੋ ਗਏ। ਦੀਵਾਰਾਂ ਤੇ ਨਰ ਨਾਰੀਆਂ ਦਾ ਹਜੂਮ ਸੀ। ਅਹਿਲਕਾਰ ਨਾਲ ਸਨ। ਸ਼ਹਿਰ ਦੇ ਵਿੱਚ ਦਾਖਲ ਹੁੰਦਿਆਂ ਹੀ ਸ੍ਰੀ ਮਹਾਰਾਜ ਸਾਹਿਬ ਕਹਿਣ ਲੱਗੇ, ਇੱਥੇ ਵੱਡਿਆਂ ਦਾ ਡੇਰਾ ਹੈ, ਅਸਾਂ ਬੇਪਰਵਾਹਾਂ ਦੇ ਘਰ ਜਾਣਾ ਹੈ। ਉੱਚਿਆਂ ਹੋ ਕੇ ਜਾਣ ਵਾਲਿਆਂ ਦੀ ਇਸ ਟਿਕਾਣੇ ਢੋਈ ਨਹੀਂ, ਇਸ ਰਾਹ ਨੀਵਿਆਂ ਹੋ ਕੇ ਜਾਣਾ ਚਾਹੀਦਾ ਹੈ। ਇਹ ਕਹਿ ਕੇ ਆਪ ਘੋੜੇ ਤੋਂ ਉਤਰ ਪਏ ਤੇ ਪੈਦਲ ਤੁਰਦੇ ਗੁਰਦੁਆਰੇ ਪੁੱਜੇ। ਬਾਹਰ ਦਰਵਾਜ਼ੇ ਅੱਗੇ ਇੱਕ ਵਿਅਕਤੀ ਖੜੀ ਵੇਖੀ। ਖਿੜਿਆ ਹੋਇਆ ਮੱਥਾ, ਰਸੀਲੇ ਨੈਣ ਤੇ ਪੁਰ ਜਲਾਲ ਚਿਹਰਾ। ਮਹਾਰਾਜ ਸਾਹਿਬ ਵੇਖ ਕੇ ਠਹਿਰ ਗਏ ਤੇ ਨਰਮ ਭਾਵ ਵਿੱਚ ਹੋ ਕੇ ਪੁੱਛਣ ਲੱਗੇ, ਭਾਈ ਬੁੱਧੂ ਸਾਹਿਬ ਕਿੱਥੇ ਹਨ? ਉਹਨਾਂ ਦੇ ਦਰਸ਼ਨ ਕਰਨੇ ਹਨ। ਉਸ ਵਿਅਕਤੀ ਨੇ ਅੱਗੋਂ ਉੱਤਰ ਦਿੱਤਾ, ਬੁੱਧੂ ਤਾਂ ਇਹੀ ਹੈ ਜੋ ਹਾਜ਼ਰ ਹੈ ਤੇ ਸਾਹਿਬ ਅੰਦਰ ਹਨ। ਅੰਦਰ ਚੱਲ ਕੇ ਉਹਨਾਂ ਦੇ ਦਰਸ਼ਨ ਕਰੋ, ਮੱਥਾ ਟੇਕ ਕੇ ਜਨਮ ਸਫਲਾ ਕਰੋ। ਆਪ ਮਹਾਰਾਜੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਵਿੱਚ ਗਏ ਤੇ ਅਦਬ ਤੇ ਸਤਕਾਰ ਨਾਲ ਮੱਥਾ ਟੇਕਿਆ। ਮਹਾਰਾਜੇ ਨੇ ਵੀ ਟੇਕਿਆ ਤੇ ਇੱਕ ਸ਼ਬਦ ਸਰਵਣ ਕੀਤਾ। ਭਾਈ ਸਾਹਿਬ ਦਾ ਅਤਿਅੰਤ ਸਿੱਧਕ ਭਰੋਸਾ ਤੇ ਨਿਮਰਤਾ ਵੇਖ ਮਹਾਰਾਜਾ ਦੰਗ ਰਹਿ ਗਿਆ। ਭਾਈ ਸਾਹਿਬ ਦੇ ਚਰਨ ਫੜ ਲਏ, ਕਹਿਣ ਲੱਗਾ, ਕੋਈ ਟਹਿਲ ਸੇਵਾ ਬਖਸ਼ੋ। ਭਾਈ ਬੁੱਧੂ ਜੀ ਦੇ ਨੇਤਰਾਂ ਵਿੱਚ ਫਰਨ ਫਰਨ ਜਲ ਜਾ ਰਿਹਾ ਸੀ ਤੇ ਗਦ ਹੋ ਰੁਕ ਰਹੇ ਗਲੇ ਤੋਂ ਕਿਸੇ ਵੇਲੇ ਇਹ ਆਵਾਜ਼ ਸੁਣਾਈ ਦਿੰਦੀ ਸੀ, ਬਾਬਾ ਨਾਨਕ ਤੂੰ ਧੰਨ ਹੈ, ਤੂੰ ਧੰਨ ਹੈ, ਨੀਚਾਂ ਦੇ ਨਿਵਾਜਣ ਵਾਲਾ ਤੂੰ ਹੀ ਹੈ, ਮੈਂ ਤੇਰੇ ਦਰ ਦਾ ਕੀਟ ਹਾਂ। ਅਗਲਾ ਹੈ ਭੇਰੇ ਦੀ ਲੁੱਟ। ਸਿੱਖ ਰਾਜ ਦਾ ਸੂਰਜ ਅਸਤ ਹੁੰਦਿਆਂ ਵੇਖ ਭੇਰੇ ਦੇ ਇਲਾਕੇ ਦੇ ਪਠਾਣਾਂ ਨੇ ਸਿਰ ਚੁੱਕਿਆ ਤੇ ਉਹਨਾਂ ਛੋਟੇ ਜੱਥੇ ਬਣਾ ਕੇ ਪਿੰਡਾਂ ਵਿੱਚ ਲੁੱਕ ਕੁੱਟ ਸ਼ੁਰੂ ਕਰ ਦਿੱਤੀ। ਜਿੱਥੇ ਕੋਈ ਹਿੰਦੂ ਜਾਂ ਧਨੀ ਸਿੱਖ ਦੀ ਦਸ ਪੈਂਦੀ ਸੀ, ਉੱਥੇ ਸਨਦਬੱਧ ਹੋ ਢੋਲ ਵਜਾ ਕੇ ਜਾ ਵੜਦੇ ਤੇ ਜੋ ਕੁਛ ਮਾਲ ਮੱਤਾ ਹੱਥ ਆਉਂਦਾ ਲੈ ਕੇ ਰਾਹ ਫੜਦੇ। ਜੇ ਕੋਈ ਟਾਕਰੇ ਤੇ ਖੜਾ ਹੁੰਦਾ ਤਾਂ ਇਹ ਸਨਦਬੱਧ ਹੁੰਦੇ ਹੀ ਸਨ, ਜੰਗ ਕਰਕੇ ਲੁੱਟ ਲੈਂਦੇ। ਲਾਗੇ ਦੇ ਮੁਸਲਮਾਨਾਂ ਨੇ ਭੇਰਾ ਲੁੱਟਣ ਦੀ ਸਲਾਹ ਕੀਤੀ। ਇੱਥੇ ਹਿੰਦੂ ਤੇ ਸਹਿਤਾਰੀ ਸਿੱਖਾਂ ਦੀ ਗਿਣਤੀ ਕਾਫੀ ਸੀ। ਸਾਰੇ ਰੱਜੇ ਪੁੱਜੇ ਹੋਏ ਸਨ। ਮੁਸਲਮਾਨਾਂ ਨੇ ਤੱਕਿਆ ਕਿ ਜੇ ਇੱਥੋਂ ਦੇ ਹਿੰਦੂ ਸਾਹਮਣੇ ਖੜੇ ਹੋ ਗਏ ਤਦ ਇੱਥੋਂ ਦੀ ਲੁੱਟ ਖਾਲਾ ਜੀ ਦਾ ਵਾੜਾ ਨਹੀਂ ਹੋਵੇਗੀ। ਇਸ ਕਰਕੇ ਇਹਨਾਂ ਭੇਰਾ ਲੁੱਟਣ ਲਈ ਕਾਫੀ ਸਾਮਾਨ ਇਕੱਠਾ ਕੀਤਾ। ਲਾਗੇ ਦੇ ਕਈ ਪਿੰਡਾਂ ਦੇ ਲੁਟੇਰੇ, ਧਾੜਵੀ ਤੇ ਚੋਰ ਇਕੱਠੇ ਕੀਤੇ। ਇਹਨਾਂ ਨੂੰ ਵੇਖ ਕੇ ਕਈ ਹੋਰ ਭੁੱਖੇ ਨੰਗੇ ਵੀ ਨਾਲ ਮਿਲ ਗਏ। ਕਾਫੀ ਗਿਣਤੀ ਸਵਾਰਾਂ ਦੀ ਹੋ ਗਈ। ਹਥਿਆਰ ਵੀ ਇਹਨਾਂ ਦੇ ਪਾਸ ਸਨ। ਅਚਨਚੇਤ ਸ਼ਹਿਰ ਤੇ ਆ ਪਏ। ਪਿਛਲੇ ਜ਼ਮਾਨੇ ਕਸਬੇ ਤੇ ਸ਼ਹਿਰਾਂ ਦੀ ਵਸੋਂ ਹੁਣ ਵਾਂਗ ਨਹੀਂ ਸੀ ਹੁੰਦੀ।
ਲੜਾਈਆਂ ਝਗੜੇ ਤੇ ਲੁੱਟਮਾਰ ਆਮ ਹੁੰਦੀ ਸੀ। ਇਸ ਕਰਕੇ ਸ਼ਹਿਰ ਦੇ ਗਿਰਦ ਬਚਾਓ ਲਈ ਫਸੀਲ ਤੇ ਅੰਦਰ ਦਾਖਲ ਹੋਣ ਲਈ ਖਾਸ ਦਰਵਾਜ਼ੇ ਹੁੰਦੇ ਸਨ, ਜਿਨ੍ਹਾਂ ਦੇ ਉੱਪਰ ਨਗਾਰੇ ਰੱਖ ਕੇ ਪਹਿਰੇਦਾਰ ਬਿਠਾਏ ਹੁੰਦੇ ਸਨ। ਜਿਸ ਵੇਲੇ ਪਹਿਰੇਦਾਰ ਖਤਰਾ ਵੇਖਦੇ ਦਰਵਾਜ਼ੇ ਬੰਦ ਕਰ ਦਿੰਦੇ ਤੇ ਨਗਾਰੇ ਪੁਰ ਚੋਟ ਲਾ ਦਿੰਦੇ ਸਨ, ਜਿਸ ਤੋਂ ਕਸਬੇ ਦੀ ਵਸੋਂ ਤਿਆਰ ਹੋ ਟਾਕਰੇ ਲਈ ਆ ਜਾਂਦੀ ਸੀ। ਅੱਜ ਵੀ ਚੋਟ ਲੱਗੀ, ਜਿਸ ਨੇ ਭੇਰੇ ਦੇ ਲੋਕਾਂ ਦੇ ਕੰਨ ਖੜੇ ਕਰ ਦਿੱਤੇ। ਕੁਝ ਆਦਮੀ ਹਰ ਦਰਵਾਜ਼ੇ ਦੇ ਅੱਗੇ ਖੜੇ ਕੀਤੇ ਗਏ ਤਾਂ ਜੋ ਦਰਵਾਜ਼ਾ ਤੋੜ ਕੇ ਅੰਦਰ ਵੜਨ ਲੱਗਿਆਂ ਦਾ ਟਾਕਰਾ ਕਰਨ। ਕੁਝ ਦਰਵਾਜ਼ਿਆਂ ਤੇ ਬਿਠਾ ਦਿੱਤੇ ਗਏ ਤਾਂ ਕਿ ਇਹ ਵਾਰ ਕਰਕੇ ਸ਼ਤਰੂ ਨੂੰ ਦਰਵਾਜ਼ੇ ਦੇ ਲਾਗੇ ਹੀ ਨਾ ਪੁੱਜਣ ਦੇਣ। ਇਸ ਤਰ੍ਹਾਂ ਦੀ ਪਕਿਆਈ ਕਰਕੇ 94 ਹਿੰਦੂ ਭਾਈ ਸਾਹਿਬ ਭਾਈ ਬੁੱਧੂ ਜੀ ਦੇ ਡੇਰੇ ਗਏ ਤੇ ਉਹਨਾਂ ਦੇ ਚਰਨ ਫੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਵੈਰੀ ਆ ਗਿਆ ਹੈ, ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜੇ ਵੈਰੀ ਸ਼ਹਿਰ ਵਿੱਚ ਆ ਵੜਿਆ ਤਾਂ ਜਾਨ ਮਾਲ ਦਾ ਨੁਕਸਾਨ ਹੋਵੇਗਾ ਤੇ ਤੀਵੀਆਂ ਦੀ ਬੇਪੱਤੀ ਹੋਵੇਗੀ। ਤੁਸੀਂ ਸ਼ਹਿਰ ਦੇ ਸਿਰ ਤੇ ਹੋ, ਮਿਹਰ ਕਰੋ ਤੇ ਇਹ ਆਈ ਬਲਾ ਟਾਲ ਦੇਵੋ। ਇਹ ਪੁਕਾਰ ਸੁਣ ਸੰਤਾਂ ਦਾ ਦਿਲ ਦਰਵ ਗਿਆ। ਇਹਨਾਂ ਹੁਕਮ ਦਿੱਤਾ ਕਿ ਦਰਵਾਜ਼ੇ ਤੇ ਤੋਪ ਰੱਖ ਕੇ ਫੂਕੀ ਚਲਾਈ ਚਲੋ, ਰਾਖੇ ਆ ਰਹੇ ਹਨ। ਭਾਈ ਸਾਹਿਬ ਦਾ ਹੁਕਮ ਸੁਣ ਕੇ ਖਾਲੀ ਤੋਪ ਦੇ ਫਾਇਰ ਸ਼ੁਰੂ ਹੋ ਗਏ। ਉਧਰ ਲੁਟੇਰੇ ਚਲੇ ਆ ਰਹੇ ਸਨ। ਜਦ ਤੋਪ ਦੀ ਆਵਾਜ਼ ਸੁਣਦੇ ਤਾਂ ਠਿਠਕਦੇ। ਉਧਰ ਗੁਰੂ ਦਾ ਕਰਨਾ ਇਹ ਹੋਇਆ ਕਿ ਉਹਨੇ ਸਾਹਿਬ ਦੇ ਬਾਬੇ ਇਧਰ ਆਏ ਸਨ। ਉਹ ਆਪਣੇ ਫੌਜੀ ਦਸਤੇ ਸਮੇਤ ਭੇਰੇ ਆ ਨਿਕਲੇ। ਲੁਟੇਰੇ ਮੁਸਲਮਾਨਾਂ ਨੇ ਜਦ ਸੁਣਿਆ ਕਿ ਬਾਬੇ ਆ ਗਏ ਹਨ ਤਾਂ ਘਬਰਾਏ। ਸਿੱਖ ਦਾ ਜੱਬਾ ਇੱਕ ਬੜੀ ਵੱਡੀ ਗੱਲ ਹੈ। ਨਾਲੇ ਖਬਰ ਮਿਲੀ ਕਿ ਉਹਨਾਂ ਨਾਲ ਸਨਦਬੱਧ ਸਿਪਾਹੀਆਂ ਦਾ ਦਸਤਾ ਵੀ ਹੈ। ਇਹ ਖਬਰ ਸੁਣ ਕੇ ਤੇ ਫਿਰ ਸੂਈਆਂ ਨੂੰ ਭੇਜ ਕੇ ਗੱਲ ਸਹੀ ਕਰਕੇ ਪਰਜਾ ਘਾਤਕ ਲੁਟੇਰੇ ਸਿਰਾਂ ਤੇ ਪੈਰ ਰੱਖ ਨਸ ਗਏ। ਅਗਲਾ ਹੈ ਮਾਨੀ ਤਹਿਸੀਲਦਾਰ ਦਾ ਮਾਨ ਹਾਰਿਆ। ਭੇਰੇ ਵਿੱਚ ਇੱਕ ਮੁਸਲਮਾਨ ਤਹਿਸੀਲਦਾਰ ਲੱਗਾ ਹੋਇਆ ਸੀ। ਉਹ ਦੂਜੇ ਚੋਖੇ ਘੋੜੇ ਤੇ ਸਵਾਰ ਹੋ ਕੇ ਗਲੀਆਂ ਬਾਜ਼ਾਰਾਂ ਵਿੱਚ ਫਿਰਦਾ ਤੇ ਸਫਾਈ ਦਾ ਬੜਾ ਖਿਆਲ ਰੱਖਦਾ ਸੀ। ਉਨੀ ਦਿਨੀ ਪਾਣੀ ਦੇ ਨਿਕਾਸ ਦੇ ਹੋਣ ਵਾਂਗ ਢੰਗ ਨਹੀਂ ਆਉਂਦੇ ਸੀ। ਘਰਾਂ ਚੋਂ ਬਾਹਰ ਛੋਟੇ ਛੋਟੇ ਟੋਏ ਖੁੱਟੇ ਹੋਏ ਸਨ, ਜਿਨ੍ਹਾਂ ਵਿੱਚ ਘਰਾਂ ਵਿੱਚ ਡੁੱਲਾ ਪਾਣੀ ਇਕੱਠਾ ਹੋ ਜਾਂਦਾ ਸੀ। ਗੁਰਦੁਆਰੇ ਮੰਦਰ ਤੇ ਮਸਜਿਦਾਂ ਦੇ ਵਿੱਚ ਲੋਕਾਂ ਦੇ ਨਹਾਉਣ ਧੋਣ ਪਰ ਪਾਣੀ ਬਹੁਤ ਖਰਚ ਹੁੰਦਾ ਸੀ। ਇਸ ਕਰਕੇ ਇਹਨਾਂ ਟਿਕਾਣਿਆਂ ਦੇ ਬਾਹਰ-ਵਾਰ ਪਾਣੀ ਦੇ ਟੋਏ ਆਮ ਘਰਾਂ ਨਾਲੋਂ ਵੱਡੇ ਹੁੰਦੇ ਸਨ। ਜੇ ਕਦੀ ਪਾਣੀ ਜ਼ਰਾ ਬਹੁਤਾ ਹੋ ਜਾਏ ਤਦ ਗਲੀਆਂ ਵਿੱਚ ਤੁਰ ਪੈਂਦਾ ਸੀ ਤੇ ਗਲੀਆਂ ਕੱਚੀਆਂ ਹੋਣ ਕਰਕੇ ਚਿੱਕੜ ਹੋ ਜਾਂਦਾ ਸੀ। ਇੱਕ ਦਿਨ ਤਹਿਸੀਲਦਾਰ ਘੋੜੇ ਤੇ ਸਵਾਰ ਹੋ ਕੇ ਦੌਰੇ ਤੇ ਚੱਲਿਆ ਤੇ ਸ਼ਹਿਰ ਵਿੱਚੋਂ ਲੰਘਣ ਲੱਗਾ ਗੁਰਦੁਆਰੇ ਪਾਸ ਪੁੱਜਾ। ਗਲੀ ਵਿੱਚ ਚਿੱਕੜ ਦੇਖ ਕੇ ਪੁੱਛਣ ਲੱਗਾ ਕਿ ਪਾਣੀ ਕਿੱਥੋਂ ਆਉਂਦਾ ਹੈ। ਨਾਲ ਚਪੜਾਸੀ ਸੀ, ਉਸਨੇ ਦੱਸਿਆ ਭਾਈ ਬੁੱਧੂ ਸਾਹਿਬ ਦੇ ਅਸਥਾਨ ਵਿੱਚੋਂ ਆਇਆ ਹੈ। ਤਹਿਸੀਲਦਾਰ ਨੇ ਆਖਿਆ, ਇਹ ਇੰਨਾ ਪਾਣੀ ਕਿਉਂ ਡੋਲਦੇ ਹਨ? ਇੰਨੇ ਨੂੰ 5-10 ਆਦਮੀ ਇਕੱਠੇ ਹੋ ਗਏ ਸਨ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਅੰਦਰ ਖੂਹ ਹੈ। ਸ਼ਹਿਰ ਦੇ ਹਿੰਦੂ ਮਰਦ ਤੇ ਤੀਵੀਆਂ ਨਹਾਉਣ ਇੱਥੇ ਆਉਂਦੇ ਹਨ। ਸਦਾ ਵਰਤ ਲੱਗਿਆ ਹੋਇਆ ਹੈ। ਇਸ ਵਾਸਤੇ ਖੂਹ ਵਿੱਚ ਪਾਣੀ ਬਹੁਤਾ ਨਿਕਲਦਾ ਹੈ। ਪਾਣੀ ਦੇ ਰੁਕਣ ਵਾਸਤੇ ਟੋਇਆ ਬਣਿਆ ਹੋਇਆ ਹੈ, ਪਰ ਅੱਜ ਸੰਗਰਾਂਦ ਹੈ, ਇਸ ਕਰਕੇ ਪਾਣੀ ਬਹੁਤਾ ਵਰਤਿਆ ਗਿਆ ਹੈ ਤੇ ਇਸ ਗਲੀ ਵਿੱਚ ਵੀ ਆ ਗਿਆ ਹੈ। ਤਹਿਸੀਲਦਾਰ ਨੂੰ ਚਾਹੀਦਾ ਤਾਂ ਸੀ ਕਿ ਉਹ ਗਲੀਆਂ ਪੱਕੀਆਂ ਬਣਾਉਣ ਦੀ ਕੋਸ਼ਿਸ਼ ਕਰਕੇ ਇਸ ਔਕੜ ਦਾ ਹੱਲ ਕਰਦਾ, ਪਰ ਉਹ ਹਕੂਮਤ ਦੇ ਮੱਧ ਵਿੱਚ ਵੱਧ ਘੱਟ ਬੋਲਣ ਲੱਗ ਪਿਆ। ਪਾਸ ਖੜੇ ਆਦਮੀਆਂ ਨੇ ਉਸਨੂੰ ਬਥੇਰਾ ਸਮਝਾਇਆ ਕਿ ਅੱਜ ਖਾਸ ਕਾਰਨ ਹੈ, ਆਮ ਤੌਰ ਤੇ ਇਸ ਤਰ੍ਹਾਂ ਦਾ ਚਿੱਕੜ ਕਦੇ ਨਹੀਂ ਹੋਇਆ। ਤੁਹਾਨੂੰ ਵੀ ਇੱਥੇ ਆਇਆ ਸਾਲ ਤੋਂ ਉੱਪਰ ਹੋ ਗਿਆ ਹੈ, ਅੱਗੇ ਕਦੇ ਸ਼ਿਕਾਇਤ ਨਹੀਂ ਹੋਈ। ਪਰ ਤਹਿਸੀਲਦਾਰ ਹਵਾਈ ਘੋੜੇ ਤੇ ਸਵਾਰ ਸੀ। ਉਸਨੇ ਕੋਈ ਗੱਲ ਨਾ ਸੁਣੀ ਤੇ ਉੱਚੀਆਂ ਨੀਵੀਆਂ ਗੱਲਾਂ ਕਰਦਾ ਅੱਗੇ ਲੰਘ ਗਿਆ। ਥੋੜੀ ਦੂਰ ਗਿਆ ਸੀ ਕਿ ਅੱਗੋਂ ਹੂਠ ਆਉਂਦੇ ਮਿਲੇ, ਜਿਨ੍ਹਾਂ ਦੇ ਗੱਲਾਂ ਵਿੱਚ ਟਲ ਸਨ। ਉਹਨਾਂ ਦਾ ਖੜਕਾਰ ਸੁਣ ਕੇ ਘੋੜਾ ਤਰਬਕਿਆ। ਤਹਿਸੀਲਦਾਰ ਆਪਣੇ ਆਪ ਨੂੰ ਨਾ ਸੰਭਾਲ ਸਕਿਆ, ਹੇਠਾਂ ਡਿੱਗ ਪਿਆ। ਲੱਤ ਟੁੱਟ ਗਈ ਤੇ ਹੋਰ ਸੱਟਾਂ ਵੀ ਕਾਫੀ ਲੱਗੀਆਂ।
ਸੋ ਮੰਜੇ ਤੇ ਪਾ ਕੇ ਘਰ ਲੈ ਗਏ। ਸ਼ਹਿਰ ਵਿੱਚ ਉਸਦੇ ਡਿੱਗਣ ਬਾਬਤ ਕਈ ਤਰ੍ਹਾਂ ਦੀਆਂ ਗੱਲਾਂ ਤੁਰ ਪਈਆਂ। ਤਹਿਸੀਲਦਾਰ ਦਾ ਇਲਾਜ ਹੋਣ ਲੱਗਾ। ਚੋਟਾਂ ਤਕੜੀਆਂ ਸਨ, ਉਮਰ ਵਡੇਰੀ ਸੀ, ਜਿਸ ਤੋਂ ਆਰਾਮ ਦੀ ਕੋਈ ਸੂਰਤ ਨਹੀਂ ਦਿਸਦੀ ਸੀ। ਹੁਣ ਉਸਨੂੰ ਖਿਆਲ ਆਇਆ ਕਿ ਮੈਂ ਸੰਤਾਂ ਦੀ ਬੜੀ ਅਵਗਿਆ ਕੀਤੀ ਹੈ, ਸੋ ਦਵਾ ਦੇ ਨਾਲ ਉਹਨਾਂ ਦੀ ਦੁਆ ਦੀ ਵੀ ਲੋੜ ਹੈ। ਮੰਜੀ ਚੁਕਵਾ ਕੇ ਭਾਈ ਸਾਹਿਬ ਦੇ ਡੇਰੇ ਗਿਆ। ਭਾਈ ਸਾਹਿਬ ਨੂੰ ਖਬਰ ਮਿਲੀ। ਉਹ ਬੇਪਰਵਾਹ ਤੇ ਨਿਰਵੈਰ ਸਨ। ਉਹਨਾਂ ਨੇ ਤਹਿਸੀਲਦਾਰ ਨੂੰ ਵੇਖਿਆ, ਉਹਦੀ ਅਰਜ਼ੋਈ ਸੁਣੀ ਤੇ ਕਹਿਣ ਲੱਗੇ, ਦਵਾਈ ਕਰ ਤੇ ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ ਆਖੀ ਜਾਓ, ਸਾਰੇ ਕੰਮ ਰਾਸ ਹੋ ਜਾਣਗੇ। ਤਹਿਸੀਲਦਾਰ ਨੇ ਹੁਕਮ ਮੰਨ ਕੇ ਧੰਨ ਗੁਰੂ ਨਾਨਕ ਕਹਿਣਾ ਆਰੰਭ ਦਿੱਤਾ। ਇਉਂ ਕਰਨ ਨਾਲ ਤਹਿਸੀਲਦਾਰ ਨੂੰ ਆਰਾਮ ਆ ਗਿਆ। ਫਿਰ ਉਹ ਨਿੱਤਾ ਪ੍ਰਤੀ ਭਾਈ ਸਾਹਿਬ ਦੇ ਡੇਰੇ ਆ ਕੇ ਬਾਣੀ ਸੁਣਦਾ ਤੇ ਇਉਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ। ਭਾਈ ਸਾਹਿਬ ਦੇ ਡੇਰੇ ਵਿੱਚ ਮੁਸਾਫਰਾਂ ਦੇ ਰਹਿਣ ਲਈ ਟਿਕਾਣਾ ਕਾਫੀ ਸੀ। ਛਕਣ ਲਈ ਪ੍ਰਸ਼ਾਦੇ, ਲੇਟਣ ਲਈ ਮੰਜੇ ਤੇ ਬਿਸਤਰਿਆਂ ਦੀ ਵੀ ਕੋਈ ਕਮੀ ਨਹੀਂ ਸੀ। ਇਸ ਲਈ ਪਿੰਡਾਂ ਦੇ ਕਾਰੀ, ਵਿਹਾਰੀ ਤੇ ਮੁਕੱਦਮਿਆਂ ਵਾਲੇ ਜਿਹੜੇ ਭੇਰੇ ਆਉਂਦੇ ਸਨ, ਉਹਨਾਂ ਦਾ ਕਾਫੀ ਹਿੱਸਾ ਇਸ ਡੇਰੇ ਆਣ ਕੇ ਠਹਿਰਿਆ ਕਰਦਾ ਸੀ। ਤਹਿਸੀਲਦਾਰ ਨੂੰ ਗੁਰਦੁਆਰੇ ਆਉਂਦਾ ਵੇਖ ਮੁਕੱਦਮਿਆਂ ਵਾਲਿਆਂ ਸਿਫਾਰਸ਼ਾਂ ਲਈ ਭਾਈ ਸਾਹਿਬ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ। ਭਾਈ ਸਾਹਿਬ ਡਾਢੇ ਗੋਰਖ ਧੰਦੇ ਵਿੱਚ ਫਸ ਗਏ। ਤਹਿਸੀਲਦਾਰ ਆਪਣੇ ਆਤਮਕ ਲਾਭ ਲਈ ਆਇਆ ਕਰਦਾ ਸੀ, ਉਹ ਸੁਖੀ ਹੋ ਰਿਹਾ ਸੀ। ਭਾਈ ਸਾਹਿਬ ਆਪਣੇ ਆਪ ਵਿੱਚ ਉੱਕਾ ਹੀ ਨਿਰਚਾਹ ਸਨ। ਲੋਕਾਂ ਦੀਆਂ ਸਿਫਾਰਸ਼ਾਂ ਲਈ ਤਹਿਸੀਲਦਾਰ ਨੂੰ ਕਹਿਣਾ ਆਪ ਜੀ ਦੇ ਕੋਮਲ ਹਿਰਦੇ ਤੇ ਭਾਰੀ ਬੋਝ ਸੀ। ਕਿਸੇ ਨਾਲ ਅਨਿਆਏ ਕਰਨਾ ਉਹ ਨਹੀਂ ਚਾਹੁੰਦੇ ਸਨ। ਮੁਕੱਦਮਿਆਂ ਦੇ ਬਖੇੜਿਆਂ ਤੋਂ ਤੰਗ ਪੈ ਗਏ ਤੇ ਇੱਕ ਦਿਨ ਤਹਿਸੀਲਦਾਰ ਨੂੰ ਸੱਦ ਕੇ ਉਹਨਾਂ ਦਿਲ ਦੀ ਸਾਰੀ ਹਾਲਤ ਦੱਸੀ। ਤਹਿਸੀਲਦਾਰ ਨੂੰ ਡਰ ਪੈ ਗਿਆ ਕਿ ਮਤਾ ਭਾਈ ਸਾਹਿਬ ਮੈਨੂੰ ਇੱਥੇ ਆਉਣੋਂ ਵਰਜ ਦੇਣ। ਇਸ ਕਾਰਨ ਝੱਟ ਉਸਨੇ ਭਾਈ ਸਾਹਿਬ ਦੇ ਚਰਨ ਫੜ ਲਏ ਤੇ ਅੱਖਾਂ ਵਿੱਚੋਂ ਫਰਨ ਫਰਨ ਜਲ ਜਾਣ ਲੱਗ ਪਿਆ। ਭਾਈ ਸਾਹਿਬ ਉਸਦੀ ਇਹ ਹਾਲਤ ਵੇਖ ਕੇ ਦਰਵ ਗਏ ਤੇ ਕਹਿਣ ਲੱਗੇ ਕਿ ਅੱਗੇ ਨੂੰ ਗੁਰਦੁਆਰੇ ਸਵੇਰੇ 3 ਵਜੇ ਆ ਕੇ 5 ਵਜੇ ਵਾਪਸ ਚਲੇ ਜਾਇਆ ਕਰੋ ਤੇ ਆਪਣੀ ਅਦਾਲਤ ਵਿੱਚ ਇਨਸਾਫ ਤੇ ਪੂਰਾ ਕੰਡੇ ਤੁਲਵਾ ਇਨਸਾਫ ਕਰਿਆ ਕਰਨਾ। ਰਾਜੇ ਲਈ ਨਿਆਏ ਦੀ ਚੁੱਲੀ ਭਾਵ ਸ਼ਪਥ ਹੈ। ਗਰੀਬ ਮਾਰ ਨਹੀਂ ਕਰਨੀ। ਕਿਸੇ ਦੇ ਲਿਹਾਜ਼ ਮੁਲਾਹਜ਼ੇ ਵਿੱਚ ਪੈ ਕੇ ਸੱਚ ਨੂੰ ਨਹੀਂ ਛੱਡਣਾ। ਵੱਡੀ ਨਹੀਂ ਲੈਣੀ ਤੇ ਵਾਹਿਗੁਰੂ ਵਾਹਿਗੁਰੂ ਜਪ ਜਨਮ ਸੰਵਾਰਨਾ ਹੈ। ਤਹਿਸੀਲਦਾਰ ਇਸੇ ਤਰ੍ਹਾਂ ਕਰਦਾ ਰਿਹਾ ਤੇ ਗੂੜੇ ਰੰਗ ਵਿੱਚ ਰੰਗਿਆ ਗਿਆ। ਅਗਲਾ ਹੈ ਗੁਣ ਕਰਮ। ਆਪ ਬੜੇ ਧੀਰ ਗੰਭੀਰ ਤੇ ਸ਼ਾਨ ਸਰੂਪ ਸਨ ਤੇ ਸਹਿਨਸ਼ੀਲਤਾ ਦੇ ਪੁਤਲੇ ਸਨ। ਰਹਿਣੀ ਬਹਿਣੀ ਅਤ ਸਾਦੀ ਸੀ ਤੇ ਸੇਵਾ ਦਾ ਚਾਉ ਬੇਅੰਤ ਸੀ। ਡੇਰੇ ਵਿੱਚ ਆਏ ਗਏ ਯਾਤਰੂ ਦੀ ਸੇਵਾ ਆਪ ਹੱਥੀਂ ਕਰਦੇ ਸਨ। ਮੰਜੇ ਢਾ ਕੇ ਬਿਸਤਰੇ ਕਰਦੇ ਤੇ ਆਪਣੀ ਹੱਥੀਂ ਪ੍ਰਸ਼ਾਦ ਛਕਾਉਂਦੇ ਸਨ। ਡੇਰੇ ਵਿੱਚ ਨਵਾਂ ਆਇਆ ਯਾਤਰੂ ਭਾਈ ਸਾਹਿਬ ਨੂੰ ਇੰਜ ਸੇਵਾ ਵਿੱਚ ਲੱਗਿਆਂ ਵੇਖ ਇਹ ਨਹੀਂ ਸਮਝ ਸਕਦਾ ਸੀ ਕਿ ਆਪ ਡੇਰੇ ਦੇ ਮਹਾਨ ਤੇ ਇਤਨੇ ਸਤਿਕਾਰਯੋਗ ਹਨ। ਆਪ ਜੀ ਦਾ ਦਿਲ ਬੜਾ ਨਰਮ ਤੇ ਸੁਭਾਅ ਬੜਾ ਕੋਮਲ ਸੀ। ਦੁਖੀ, ਗਰੀਬ ਤੇ ਭੁੱਖੇ ਨੰਗੇ ਦੇ ਕਸ਼ਟ ਸੁਣ ਕੇ ਆਪ ਦਰਵ ਜਾਂਦੇ ਸਨ ਤੇ ਉਹਨਾਂ ਦੀਆਂ ਹਾਜਤਾਂ ਤੇ ਲੋੜਾਂ ਪੂਰੀਆਂ ਕਰਨ ਲੱਗਿਆਂ ਕਈ ਵਾਰ ਆਪ ਨੂੰ ਅਨੇਕ ਤਰ੍ਹਾਂ ਦੀਆਂ ਖੇਚਲਾਂ ਸਹਾਰਨੀਆਂ ਪੈਂਦੀਆਂ ਸਨ। ਜਦ ਕੋਈ ਯਾਚਕ ਆਉਂਦਾ ਉਹ ਕਹਿੰਦੇ ਸਨ ਕਿ ਇਹ ਗੁਰੂ ਨਾਨਕ ਦੇ ਦਰਬਾਰ ਹਾਜ਼ਰ ਹੋਇਆ ਹੈ। ਜੇ ਇਸ ਸੋਹਣਿਆਂ ਦੇ ਸੁਲਤਾਨ ਦੇ ਦਰੋਂ ਆ ਕੇ ਖਾਲੀ ਗਿਆ ਤਦ ਹੋਰ ਕਿੱਥੋਂ ਇਹਦੀਆਂ ਥੁੜਾਂ ਪੂਰੀਆਂ ਹੋਣਗੀਆਂ। ਗੁਰਦੁਆਰੇ ਵਿੱਚ ਜੋ ਕੁਛ ਹੈ ਉਹ ਬਾਬੇ ਦਾ ਹੈ। ਅਸੀਂ ਤਾਂ ਅਮੀਨ ਹਾਂ, ਖਜ਼ਾਨਚੀ ਹਾਂ। ਜਿਵੇਂ ਖਜ਼ਾਨਚੀ ਖਜ਼ਾਨੇ ਵਿੱਚੋਂ ਰੁਪਇਆ ਦਿੰਦਿਆਂ ਜ਼ਰਾ ਜਿੰਨੀ ਵੀ ਖਿੱਚ ਨਹੀਂ ਖਾਂਦਾ, ਤਿਵੇਂ ਬਾਬੇ ਦਾ ਧਨ ਜੇ ਬਾਬੇ ਦੀ ਸ਼ਰਨ ਆਇਆਂ ਨੂੰ ਨਾ ਦਿੱਤਾ ਜਾਏ ਤਦ ਹੋਰ ਕਿਸ ਨੂੰ ਮਿਲੇਗਾ। ਪਰਮਾਰਥ ਵਿੱਚ ਵੀ ਹਰ ਜਗਿਆਸੂ ਦੀ ਭੁੱਲ ਕੱਢ ਕੇ ਉਸਨੂੰ ਆਪ ਜਦ ਰਾਹੇ ਪਾ ਲੈਂਦੇ ਤੇ ਉਹ ਮਿਹਰ ਦਾ ਯਾਚਕ ਹੋ ਖੜੋਂਦਾ ਤਾਂ ਆਪ ਪਿਆਰ ਨਾਲ ਉਸਨੂੰ ਉਸ ਕਮਰੇ ਵੱਲ ਲੈ ਜਾਂਦੇ ਜਿਸ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੁੰਦਾ ਸੀ। ਉੱਥੇ ਜਾ ਕੇ ਕਿਹਾ ਕਰਦੇ, ਇਹ ਨਹੀਂ ਸੱਚੇ ਪਾਤਸ਼ਾਹ ਬਖਸ਼ਣ ਵਾਲੇ, ਇਹਨਾਂ ਦੀ ਚਰਨੀ ਲੱਗ ਜਾ, ਬਖਸ਼ਿਆ ਜਾਏਗਾ। ਮੈਂ ਤਾਂ ਗਰੀਬ ਕੰਗਲਾ ਇਹਨਾਂ ਦਾ ਟਹਿਲੂਆ ਹਾਂ, ਮੈਂ ਬਖਸ਼ਣ ਜੋ ਕੌਣ ਹਾਂ।
ਇਹੀ ਬਖਸ਼ਣਹਾਰ ਹਨ। ਭਾਈ ਸਾਹਿਬ ਨੇ ਇਉਂ ਜਗਿਆਸੂ ਨੂੰ ਬਾਣੀ ਦੇ ਪਾਠ ਵਿੱਚ ਲਾ ਦੇਣਾ ਤੇ ਗੁਰੂ ਚਰਨਾਂ ਦਾ ਪ੍ਰੇਮੀ ਸਿੱਖ ਬਣਾ ਦੇਣਾ। ਜਦੋਂ ਪ੍ਰੇਮੀ ਹੋਰ ਕਾਲੀ ਹੋ ਜਾਵੇ ਤਾਂ ਨਾਮ ਵਿੱਚ ਲਾ ਦੇਣਾ। ਹਾਂਜੀ, ਜਦੋਂ ਪ੍ਰੇਮੀ ਹੋਰ ਕਾਲੀ ਹੋ ਜਾਵੇ ਤਾਂ ਨਾਮ ਵਿੱਚ ਲਾ ਦੇਣਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।